ਸਾਹਿਬ ਜੀਓ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੋ ਆਪੇ। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जन केरा, जित मिलिया चूके सब सोग संतापे। धन धन गुरु नानक जन केरा, जित मिलिया चूके सब सोग संतापे। बलियो चिराग अंधियार में, सब कल उधरी एक नाम धर्म। प्रगट सगल हर भवन में, जन नानक गुर पार ब्रह्म। दंडोत बंदन अनेक बार, सर्ब कला समरथ। डोलन ते राखो प्रभु, नानक दे कर हथ। जुगो जुग अटल वालिए कुल आलम, मुजस्मे आबे हयात, दीन दुनिया दे मालिक। धन धन गुरु ग्रंथ साहिब जी महाराज, तिन्हां दी पावन पवित्र हजूरी दे विच चल रही लड़ीवार जपजी साहिब दी विचार दे नाल जुड़न दे लई धन धन गुरु ग्रंथ साहिब जी महाराज नूं नतमस्तक हो रहे सत संगी जनों, आओ सब तो पहला धन धन गुरु गोबिंद सिंह जी महाराज, तिन्हां वल्लों बख्शिश फतेह दे नाल रल मिल के सांझ पाइए जी। वाहेगुरु जी का खालसा, वाहेगुरु जी की फतेह। साध संगत जी, वड्डियां भागां वाले हो जी, जो गुरु ग्रंथ साहिब जी महाराज नूं नतमस्तक हो रहे हो। जिस तरह असी गुरु साहिब नूं जदों मत्था टेकदे आ ते साडा मत्था जदों महाराज दे चरनां दे विच लगदा ना, ते उस समय महाराज साडे भाग जिहड़े है वो बदल दिंदे हन। अरदास भी करदा हाँ मैं आप दास
ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਜਿੰਨੀਆਂ ਕੁ ਸੰਗਤਾਂ, ਜਿੰਨੇ ਕੁ ਪ੍ਰਾਣੀ ਆਪ ਜੀ ਦੀ ਵਿਚਾਰ ਸੁਣਨ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰ ਹੁੰਦੇ ਹਨ, ਇਹਨਾਂ ਤੇ ਮਿਹਰ ਭਰਿਆ, ਬਖਸ਼ਿਸ਼ ਭਰਿਆ ਹੱਥ ਰੱਖਣਾ, ਇਹਨਾਂ ਦੇ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ਣੀਆਂ, ਪਰਿਵਾਰ ਦੇ ਵਿੱਚ ਸੁੱਖ ਤੇ ਸ਼ਾਂਤੀ। ਸਾਧ ਸੰਗਤ ਜੀ, ਆਓ ਜੋ ਆਪਾਂ ਜਪਜੀ ਸਾਹਿਬ ਦੀ ਵਿਚਾਰ ਸ਼ੁਰੂ ਕੀਤੀ ਹੈ, ਅਗਲੀ ਪੌੜੀ ਦੇ ਨਾਲ ਸਾਂਝ ਪਾਈਏ। ਮਹਾਰਾਜ ਇਸ ਪੌੜੀ ਦੇ ਵਿੱਚ ਸੁਣਨ ਦੀ ਗੱਲ ਕਰਦੇ ਹਨ। ਸਭ ਤੋਂ ਪਹਿਲਾਂ ਆਪਾਂ ਇਸ ਪੌੜੀ ਦਾ ਮੂਲ ਪਾਠ ਕਰਾਂਗੇ। ਇਸ ਪੌੜੀ ਦੇ ਵਿੱਚ 4 ਚੀਜ਼ਾਂ ਦੀ ਵਿਚਾਰ ਆਪਾਂ ਕਰਾਂਗੇ। ਸੁਣਨ ਦੀ, ਭਗਤਾਂ ਦੇ ਮਨ ਦੇ ਵਿੱਚ ਵਿਗਾਸ ਔਰ ਦੁੱਖ ਪਾਪ ਕਾ ਨਾਸ। ਇਹ ਜਿਹੜੀਆਂ ਚੀਜ਼ਾਂ ਇਸ ਪੌੜੀ ਦੇ ਵਿੱਚ ਆਪਾਂ ਵਿਚਾਰਨੀਆਂ। ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਮੂਲ ਪਾਠ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ, ਆਕਾਸ ਐੜੇ ਨੂੰ ਕੰਨਾ ਲੱਗਾ ਹੋਇਆ, ਕੰਨੇ ਦਾ ਆਵਾਜ਼ ਵੱਖਰੀ ਦੇਣੀ ਹੈ। ਆਕਾਸ। ਸੁਣਿਐ ਦੀਪ ਲੋਹ ਪਾਤਾਲ। ਦੇਖੋ, ਲੋ ਨਹੀਂ ਕਹਿਣਾ, ਲੱਲੇ ਦੇ ਪਿੱਛੇ ਐੜਾ ਲੱਗਾ ਹੋਇਆ। ਜਿਸ ਤਰ੍ਹਾਂ ਅਸੀਂ ਸ਼ਬਦ ਪੜਿਆ ਸੀ ਜੀਆ, ਜੱਜੇ ਦੇ ਬਿਹਾਰੀ ਸੀ ਤੇ ਪਿੱਛੇ ਐੜਾ ਸੀ ਤੇ ਉਹ ਆਵਾਜ਼ ਆ ਰਹੀ ਸੀ ਜੀਆ। ਥੋੜਾ ਜਿਹਾ ਐੜਾ ਕਹਿ ਕੇ ਉਹਨੂੰ ਛੱਡ ਦੇਣਾ। ਇਸੇ ਤਰ੍ਹਾਂ ਲੋ ਜਿਹੜਾ ਸ਼ਬਦ ਹੈ, ਇਹ ਲੋ ਨਹੀਂ ਹੈ, ਇਹ ਲੋ, ਐੜਾ ਪਿੱਛੇ ਲੱਗਾ ਹੋਇਆ। ਕਿਉਂਕਿ ਜਿਹੜੇ ਮਹਾਰਾਜ ਨੇ ਪਿੱਛੇ ਅੱਖਰ ਲਗਾਏ ਆ, ਉਹਨਾਂ ਦਾ ਕੋਈ ਮਤਲਬ ਹੈ, ਅਸੀਂ ਉਸ ਤਰੀਕੇ ਨਾਲ ਉਚਾਰਨ ਕਰਨਾ। ਫਿਰ ਦੁਬਾਰਾ ਮੈਂ ਸ਼ੁਰੂ ਕਰਦਾ। ਬਿਲਕੁਲ ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ ਸੁਣੋ। ਵੈਸੇ ਮਹਾਰਾਜ ਇਸ ਪੌੜੀ ਵਿੱਚ ਸੁਣਨ ਦੀ ਗੱਲ ਹੀ ਜ਼ਿਆਦਾ ਕਰਦੇ ਪਏ ਆ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ, ਸੁਣਿਐ ਦੀਪ ਲੋਹ ਪਾਤਾਲ, ਸੁਣਿਐ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਇਸੇ ਤਰ੍ਹਾਂ ਜਿਹੜੀ ਆਖਰੀ ਪੰਕਤੀ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਇਹ 4 ਪੌੜੀਆਂ ਦੇ ਵਿੱਚ ਬਾਰ-ਬਾਰ ਇਹ ਜਿਹੜੀ ਪੰਕਤੀਆਂ ਹੇਠਾਂ ਵਾਲੀਆਂ ਹਨ, ਉਹ ਰਿਪੀਟ ਹੋ ਰਹੀਆਂ ਹਨ। ਸੋ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਓਟ ਆਸਰਾ ਲਈਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸੁਣਨ ਦੇ ਬਾਰੇ ਜਿਹੜੇ ਪ੍ਰਮਾਣ ਹੈ ਉਹ ਦੇਖੀਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਫਰਮਾਉਂਦੇ ਹਨ, ਸਭ ਤੋਂ ਪਹਿਲਾਂ ਤੂੰ ਆਪਣੀ ਗੱਲ ਨਾ ਕਿਸੇ ਨੂੰ ਸੁਣਾ, ਜਿਹਦੇ ਕੋਲ ਗਿਆ ਹੈ ਪਹਿਲਾਂ ਉਹਦੀ ਗੱਲ ਸੁਣ। ਬਹੁਤ ਥਾਵਾਂ ਤੇ ਸੁਣਨ ਦੀ ਗੱਲ ਪਹਿਲਾਂ ਆ ਰਹੀ ਹੈ। ਪਹਿਲਾ ਪ੍ਰਮਾਣ, ਆਇਓ ਸੁਣਨ ਪੜਨ ਕਉ ਬਾਣੀ। ਇੱਥੇ ਮਹਾਰਾਜ ਸੁਣਨ ਦੀ ਗੱਲ ਪਹਿਲਾਂ ਕਰਦੇ ਐ ਤੇ ਪੜਨ ਦੀ ਗੱਲ ਬਾਅਦ ਵਿੱਚ ਕਰਦੇ ਐ।
ठीक है जी। आयो सुनन पढ़न कऊ बाणी। तू इस रूहे जमीन दे उपर बाणी नू सुनन अते पढ़न दे वास्ते आया। दूसरा प्रमाण जी, जब लग दुनिया रही है नानक किछ सुनिए किछ कहिए। इत्थे भी सुनन दी गल पहला। जदों तक तू इस शरीर दे विच, इस जामे दे विच है, इस जमीन ते है, उदों तक कहंदे किछ सुनिए ते किछ कहिए। कहंदे सुन पहला ते कहण दी गल बाद विच। इसे लिए तुसी ना कदी ध्यान नाल देखो, अपने शरीर वाल देखिए। महाराज ने जबान साडी एक लाई है ते कन महाराज ने साडे दो लाए है। जबान साडी एक है ते कन दो है। इहदा मतलब की है? दो कन्नां दा मतलब है कि ज्यादा सुनना मैं ते बोलना घट है। ज्यादा सुनना है, बोलना घट है। महाराज ने जबान एक लाई है, इहदा भी कोई मतलब है। विद्वान कहंदे इसे वास्ते है भी ज्यादा सुन ते फिर सुनी हुई गल नू चंगी तरह सोच ते विचार, सोच विचार के फिर अपनी जबान दे विचों ओ गल बाहर कढ। एक होर प्रमाण दिया, बाबा कबीर जी का बड़ा प्यारा बचन है जी। संत मिले किछ सुनिए कहिए। कहंदे कोई तेनू बाणी वाली रूह मिल गई है ना, बाणी दे नाल ओत-पोत रूह मिली है ते उस दी कहंदा पहला गल सुन, अपनी गल बाद विच तू उन्नू दस। संत मिले किछ सुनिए कहिए। मिले असंत, जे कोई तेनू साकत बंदा मिल गया, मिले असंत मस्ट कर रही है, मस्ट कर रही है, चुप कर जा, ओदे नाल कहंदे गलबात ना कर। देखो महाराज सानू हर गल, हर रस्ता गुरु ग्रंथ साहब जी महाराज भी सानू दसदे हन कि तू जिंदगी जीवनी किदां है। मिलके करे कहानियां समरथ कंत कीआं। कहंदे जदों तुसीं आपस विच वेले बैठदे हो ना ते पुछो एक दूजे नूं, तू अज जपजी साहब दे पाठ किन्ने कीते, तू अज पंज बाणियां कीतियां, तू अज सुखमनी साहब कीता, तू किन्नी अज बाणी पढ़ी। ते मैं आम तौर ते कहना हुन्ना, जदों असीं अपने बच्चे दा जन्म दिन मनाने आ ना, मैं ये नहीं कहांगा ना मनाओ। देखो जन्मदिन दा 1 साल बाद असीं मनाने आ। ते तुसी देखो पुराने समय दे विच पिंडां दे विच ना शाह हुंदे सीगे, जिन्हां को असीं पैसा लैण जांदे सीगे। ਉਹ शाह की करदा सीगा, 1 साल बाद तुहाडा हिसाब करदा सी पूरा, किन्नी तुसी ਉਹਦੇ ਕੋਲ कणक बेची है ਜਾਂ ਤੁਸੀਂ ਕੀ ਕੀਤਾ, ਜਿਨ੍ਹਾਂ ਨੂੰ ਮੁਨੀਮ भी कह ਲਈਏ ਮੰਡੀਆਂ ਦੇ ਵਿੱਚ, ਉਹ ਸਾਲ ਬਾਅਦ ਸਾਡਾ ਹਿਸਾਬ ਕਰਦੇ ਆ। ਉਹ ਹਿਸਾਬ ਕਰਦੇ ਆ ਵੀ ਇੰਨੇ ਤੇਰੇ ਪੈਸੇ ਮੇਰੇ ਕੋਲ ਲੈ ਗਿਆ, ਇੰਨਾ ਵਿਆਜ ਪੈ ਗਿਆ, ਇੰਨੀ ਤੇਰੀ ਫਸਲ ਆਈ ਹੈ ਤੇ ਇੰਨੇ ਕੁ ਤੇਰੇ ਪੈਸੇ ਮੇਰੇ ਵੱਲ ਵਾਧੇ ਆ, ਜਾਂ ਤੂੰ ਦੇਣੇ ਆ ਜਾਂ ਮੈਂ ਦੇਣੇ, ਪੂਰਾ ਹਿਸਾਬ। ਇਸੇ ਤਰ੍ਹਾਂ ਜਦੋਂ ਬੱਚੇ ਦਾ ਆਪਾਂ ਜਨਮ ਦਿਨ ਮਨਾਉਂਦੇ ਆ ना, उस समय पूरा हिसाब किताब करिए कि मेरे बच्चे ने पिछले साल, जिहदा अज नवां साल आउण लगा, जन्म दिन मनाउण लगे हैं, इस बच्चे ने किन्ने बाणी दे शब्द याद कीते, किन्ने बाणी दे शब्द 1 साल विच इहनूं कंठ होया। ये पूरा हिसाब किताब लाइए। जेकर सानू घाटा पिया वै ते असी आम तौर ते दुनियावी दुनिया दे विच असी दुकान नूं बंद कर दिन्ने आ, वो काम फिर नहीं करदे। महाराज कहंदे जे घाटा पिया ते ओदे बारे सोच विचार कर कि मैनू घाटा क्यों पिया, कारण की सीगा। इसे तरह जदों बच्चे दा जन्मदिन मनाउने आ, जां चलो आपां नवें साल दी गल ही कर लईए, हुण नवां साल आउण वाला अपना चेत दे महीने आपां मनाउणा नवां साल। चेत दे महीने दी रात नूं, जिहड़ी चेत रात नूं 12 बजे तो बाद चढ़नी है, आपां उस महीने बैठ के सारिਆਂ ने विचार करना कि पिछले साल की कीता, किन्ने चंगे काम कीते, किन्ने माड़े काम कीते,
ਕਿੰਨਿਆਂ ਦਾ ਦਿਲ ਦਿਖਾਇਆ, ਕਿੰਨਿਆਂ ਨੂੰ ਅਸੀਂ ਮਾੜਾ ਕਿਹਾ। ਇਹ ਸਾਰਾ ਹਿਸਾਬ ਕਿਤਾਬ ਜਿਹੜਾ ਲਾਈਏ ਤਾਂ ਜੋ ਮਹਾਰਾਜ ਕਹਿੰਦੇ ਅਗਾਂਹ ਕੂ ਧਰਾਂਗ ਪਿੱਛਾ ਫੇਰ ਨਾ ਮੋਢੜਾ। ਫੇਰ ਕਹਿੰਦੇ ਅੱਗੇ ਨੂੰ ਚੱਲ, ਕਹਿੰਦੇ ਹੁਣ ਪਿੱਛੇ ਜੋ ਹੋ ਗਿਆ ਉਹਨੂੰ ਛੱਡ, ਕਹਿੰਦੇ ਹੁਣ ਅੱਗਾ ਸਵਾਰਨ ਦੀ ਗੱਲ ਕਰ। ਅਗਾਂਹ ਕੂ ਧਰਾਂਗ ਪਿੱਛਾ ਫੇਰ ਨਾ ਮੋਢੜਾ, ਨਾਨਕ ਸਿਜ ਅਵੇਹਾ ਵਾਰ ਬਹੁਰ ਨਾ ਹੋਵੀ ਜਨਮੜਾ। ਇਹ ਜਨਮ ਦੁਬਾਰਾ ਨਹੀਂ ਮਿਲਣਾ, ਇਸੇ ਜਨਮ ਦੇ ਵਿੱਚ ਕਹਿੰਦੇ ਤੂੰ ਸਹੀ ਹੋ ਜਾ, ਆਪਣੇ ਆਪ ਨੂੰ ਸਵਾਰ ਲੈ। ਖੈਰ ਆਪਾਂ ਵਿਚਾਰ ਕਰ ਰਹੇ ਸੀਗੇ ਸੁਣਨ ਦੀ। ਮਹਾਰਾਜ ਕਹਿੰਦੇ ਸੰਤ ਮਿਲੈ ਕਿਛ ਸੁਣੀਏ ਕਹੀਐ। ਜੇਕਰ ਕੋਈ ਤੁਹਾਨੂੰ ਬਾਣੀ ਵਾਲੀ ਰੂਹ ਮਿਲਦੀ ਆ ਨਾ ਤੇ ਉਹਦੇ ਨਾਲ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਬਾਣੀ ਦੀਆਂ ਹੀ ਗੱਲਾਂ ਕੀਤੀਆਂ ਜਾਣ। ਸੰਤ ਮਿਲੇ ਕਿਛ ਸੁਣੀਏ ਕਹੀਐ, ਮਿਲੇ ਅਸੰਤ ਮਸਤ ਕਰ ਰਹੀਐ। ਤੇ ਜਿਹੜਾ ਤੁਹਾਨੂੰ ਲੱਗਦਾ ਬਾਣੀ ਦੇ ਨਾਲੋਂ ਟੁੱਟਿਆ ਹੋਇਆ, ਉਹਨੂੰ ਤੇ ਬਾਬਾ ਕਬੀਰ ਜੀ ਕਹਿੰਦੇ ਆ ਸਾਖਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤੋ ਕਿਛ ਲਾਗੇ ਦਾਗ। ਅਰਥ ਮੈਂ ਕਰ ਦਿੰਨਾ, ਸਾਖਤ ਮਨੁੱਖ ਬਾਣੀ ਤੋਂ ਟੁੱਟਿਆ ਹੋਇਆ ਉਹਦਾ ਸੰਗ ਨਾ ਕਰੋ। ਕਹਿੰਦੇ ਗਲੀ ਚੋਂ ਦੇਖ ਲਓ ਆ ਰਿਹਾ ਨਾ, ਰਸਤਾ ਹੀ ਬਦਲ ਲੋ। ਕਹਿੰਦੇ ਸਾਖਤ ਸੰਗ ਨਾ ਕੀਜੀਐ। ਹੁਣ ਸਵਾਲ ਪੈਦਾ ਹੋ ਗਿਆ ਜੀ ਬਾਬਾ ਜੀ ਦੂਜੀ ਗਲੀ ਨਾ ਹੋਵੇ ਫੇਰ ਕੀ ਕਰੀਏ, ਹਨਾ? ਨਹੀਂ, ਇਹਦੇ ਹੋਰ ਅਰਥ ਕਰਨੇ ਪੈਣਗੇ, ਅੱਗੇ ਹੋਰ ਜਾਣਾ ਪਏਗਾ ਗਹਿਰਾਈ। ਕਹਿਣ ਦਾ ਮਤਲਬ ਕਿ ਉਹਦੇ ਨਾਲ ਆਪਣੀ ਵਿਚਾਰਧਾਰਾ ਨਾ ਕਰੋ, ਬਸ ਆਹ ਚੀਜ਼। ਉਹਦੇ ਨਾਲ ਵਿਚਾਰਧਾਰਾ ਨਾ ਕਰੋ, ਕਿਉਂਕਿ ਉਹਦੀ ਵਿਚਾਰਧਾਰਾ ਨਾ ਤੁਹਾਡੇ ਜੀਵਨ ਤੇ ਅਸਰ ਪਾਵੇਗੀ, ਤੇ ਜਦੋਂ ਤੁਹਾਡੇ ਜੀਵਨ ਤੇ ਉਹਦੀ ਵਿਚਾਰਧਾਰਾ ਅਸਰ ਪਾਵੇਗੀ, ਤੁਹਾਡਾ ਜਪਿਆ ਨਾਮ ਜਿਹੜਾ ਉਹਦਾ ਤੁਹਾਨੂੰ ਨੁਕਸਾਨ ਹੋਵੇਗਾ। ਬਾਬਾ ਕਬੀਰ ਜੀ ਸਾਖਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ। ਜਿਸ ਤਰ੍ਹਾਂ ਇੱਕ ਕਾਲੇ ਭਾਂਡੇ ਦੇ ਨਾਲ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰੀਏ, ਕਾਲੇ ਭਾਂਡੇ ਦੇ ਨਾਲ ਉਹ ਕਾਲਾ ਭਾਂਡਾ ਪੂਰੇ ਦਿਨ ਵਿੱਚ ਇੱਕ ਨਾ ਇੱਕ ਵਾਰ ਤੁਹਾਡੇ ਕੱਪੜਿਆਂ ਨੂੰ ਕਾਲਾ ਕਰ ਹੀ ਦੇਵੇਗਾ, ਦਾਗ ਲਾ ਹੀ ਦੇਵੇਗਾ, ਲੱਗ ਜਾਏਗਾ। ਬੀਬੀਆਂ ਘਰਾਂ 'ਚ ਕੰਮ ਕਰਦੀਆਂ, ਇਹਨਾਂ ਦੇ ਹੱਥ ਵੇਖ ਲਓ, ਜਦੋਂ ਕੰਮ ਕਰਦੀਆਂ 4-5 ਘੰਟੇ ਲਗਾਤਾਰ ਰਸੋਈ 'ਚ ਹੱਥ ਦੇਖ ਲਓ, ਹੱਥਾਂ ਤੇ ਨਿਸ਼ਾਨ ਉਸ ਚੀਜ਼ ਦਾ ਪੈ ਹੀ ਜਾਣਾ ਹੈ। ਮਹਾਰਾਜ ਫਰਮਾਉਂਦੇ ਸਾਖਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਿਛ ਲਾਗੇ ਦਾਗ। ਬਾਬਾ ਕਬੀਰ ਜੀ ਕਹਿੰਦੇ ਸਾਖਤ ਐਸਾ ਹੈ ਜੈਸੇ ਲਸਨ ਕੀ ਖਾਨ, ਕੋਨੇ ਬੈਠੇ ਖਾਈਐ, ਪ੍ਰਗਟ ਹੋਏ ਨਿਧਾਨ। ਕਹਿੰਦੇ ਸਾਖਤ ਬੰਦਾ ਐਸਾ ਹੈ ਜਿੱਦਾਂ ਇੱਕ ਬੀਬੀ ਕਹਿੰਦੇ ਘਰ ਦੇ ਕਿਸੇ ਕੋਨੇ ਦੇ ਵਿੱਚ ਲਸਣ ਛਿੱਲ ਰਹੀ ਹੈ ਨਾ, ਤੇ ਉਹ ਲਸਣ ਦੀ ਜਿਹੜੀ ਸੁਗੰਧੀ ਹੈ ਸਾਰੇ ਕਮਰੇ ਵਿੱਚ ਫੈਲ ਜਾਣੀ ਹੈ। ਤੇ ਜਿਹੜਾ ਸਾਖਤ ਬੰਦਾ ਜਦੋਂ ਉਹਦੇ ਨਾਲ ਸਾਡਾ ਸੰਗ ਹੋਵੇਗਾ ਤੇ ਉਹਦੇ ਜੀਵਨ ਦਾ ਅਸਰ ਸਾਡੇ ਪੂਰੇ ਸਰੀਰ ਦੇ ਉੱਪਰ, ਸਾਡੀ ਆਤਮਾ ਦੇ ਉੱਪਰ ਹੋਵੇਗਾ। ਜਿੱਦਾਂ ਦਾ ਸੰਗ ਕਰਾਂਗੇ ਉਦਾਂ ਦੀ ਸਾਡੀ ਸੰਗਤ ਹੋਵੇਗੀ, ਜੈਸੀ ਸੰਗਤ ਵੈਸੀ ਰੰਗਤ। ਇਹ ਅਸੀਂ ਆਪਣੀ ਪੰਜਾਬੀ 'ਚ ਇੱਕ ਕਹਾਣ ਵਰਤਦੇ ਆ, ਅਖਾਣ ਵਰਤਦੇ ਆ, ਕਹਾਵਤ ਹੈ, ਜੈਸੀ ਸੰਗਤ ਵੈਸੀ ਰੰਗਤ। ਚਲੋ ਅੱਗੇ ਚੱਲੀਏ। ਬਾਬਾ ਕਬੀਰ ਜੀ ਫਰਮਾਉਂਦੇ ਸੰਤ ਮਿਲੈ ਕਿਛ ਸੁਣੀਏ ਕਹੀਐ। ਇੱਥੇ ਸੁਣਨ ਦੀ ਗੱਲ ਕੀਤੀ ਹੈ। ਤੇ ਬਾਬਾ ਅਮਰਦਾਸ ਜੀ ਮਹਾਰਾਜ ਦੀ ਜਦੋਂ ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਵੀ ਮਹਾਰਾਜ ਸਾਨੂੰ ਕੰਨ ਕਹਿੰਦੇ ਲਾਏ ਹੀ ਤੇਰੇ ਸਰੀਰ ਨੂੰ ਤਾਂ ਹੈ ਕਿ ਤੂੰ ਗੁਰੂ ਦੀ ਗੱਲ ਸੁਣ ਸਕੇ। ਇਹ ਸਰਵਨੋ ਮੇਰਿਓ ਸਾਚੇ ਸੁਣਨੇ ਨੋ ਪਠਾਈ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਨੋ ਸਤ ਬਾਣੀ। ਮਹਾਰਾਜ ਨੇ ਬਿਲਕੁਲ ਗੱਲ ਕਲੀਅਰ ਕੀਤੀ ਹੈ। ਫਿਰ ਇੱਕ ਹੋਰ ਗੁਰੂ ਅਰਜੁਨ ਦੇਵ ਜੀ ਮਹਾਰਾਜ ਦਾ ਬਚਨ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਈ, ਮੇਰੇ ਕੰਨਾਂ ਦੇ ਵਿੱਚ ਉਹ ਗੱਲ ਨਾ ਪਵੇ। ਉੱਥੇ ਵੀ ਮਹਾਰਾਜ ਸੁਣਨ ਦੀ ਗੱਲ ਕਰਦੇ ਆ। ਮਹਾਰਾਜ ਕਹਿੰਦੇ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ। ਉਹ ਗਾਣੇ ਸਾਕਤ ਗੀਤ, ਉਹ ਗਾਣੇ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਤੋੜਦੇ ਪਏ।
ਤੇ ਮੈਂ ਕਹਿੰਦਾ ਹੁੰਨਾ ਕਦੀ ਕਦੀ ਨਾ ਬੜਾ ਮਨ ਖੁਸ਼ ਹੁੰਦਾ ਜਦੋਂ ਕੋਈ ਪ੍ਰਾਣੀ ਉਹਨੇ ਬੇਸ਼ੱਕ ਅੰਮ੍ਰਿਤ ਵੀ ਨਹੀਂ ਛਕਿਆ ਤੇ ਹੱਲੇ ਇਸ ਰਸਤੇ ਤੇ ਚੱਲਿਆ ਵੀ ਨਹੀਂਗਾ, ਪਰ ਫਿਰ ਵੀ ਉਹਦੀ ਜ਼ੁਬਾਨ ਦੇ ਵਿੱਚੋਂ ਨਾ ਕਿਤੇ ਸੁਣੀਦਾ ਨਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ, ਬੜਾ ਮਜ਼ਾ ਆਉਂਦਾ, ਬੜਾ ਆਨੰਦ ਹੁੰਦਾ। ਸੱਚੇ ਪਾਤਸ਼ਾਹ ਵੀ ਤੂੰ ਇਸ ਤੇ ਬਖਸ਼ਿਸ਼ ਕਰ, ਇਸ ਬੱਚੇ ਤੇ। ਸੁਣਦਾ ਮੈਂ, ਮੇਰੇ ਕੰਨਾਂ 'ਚ ਆਵਾਜ਼ਾਂ ਪੈਂਦੀਆਂ ਏ ਤੇ ਇਸੇ ਨੂੰ ਮਹਾਰਾਜ ਕਹਿੰਦੇ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ, ਬੋਲਤ ਬੋਲ ਅਜਾਏ। ਮਹਾਰਾਜ ਕਹਿੰਦੇ ਸੁਣਿਆ ਸਿੱਧ ਪੀਰ ਸੁਰਨਾਥ। ਇੱਕ ਹੋਰ ਗੱਲ ਅੱਗੇ ਕਰਕੇ ਫਿਰ ਆਪਾਂ ਇਸ ਪੌੜੀ ਦੀ ਵਿਚਾਰ ਸ਼ੁਰੂ ਕਰੀਏ। ਗੁਰੂ ਨਾਨਕ ਪ੍ਰਕਾਸ਼ ਇੱਕ ਗ੍ਰੰਥ ਹੈ ਜੀ, ਉਹਦੇ ਵਿੱਚ ਨਾ ਸਰੋਤੇ ਤੇ ਵਕਤੇ ਦੇ ਗੁਣ ਦੱਸੇ ਆ। ਸਰੋਤਾ ਸਮਝਦੇ ਹੋ? ਸਰੋਤਾ ਅਸੀਂ ਕਹਿੰਦੇ ਆ ਸੁਣਨ ਵਾਲਾ, ਜਿਸ ਤਰ੍ਹਾਂ ਸੰਗਤ ਬੈਠੀ ਹੈ ਇਹ ਸਰੋਤੇ ਹੈ, ਤੇ ਵਕਤਾ ਉਹ ਹੁੰਦਾ ਹੈ ਜਿਹੜਾ ਆਪਣੀ ਗੱਲ ਸੁਣਾਉਣ ਵਾਲਾ। ਮੇਰੀ ਗੱਲ ਸਮਝ ਗਏ? ਵਕਤਾ ਯਾਨੀ ਕਿ ਤੁਸੀਂ ਮੈਨੂੰ ਲੈ ਲਓ ਤੇ ਸਰੋਤੇ ਤੁਸੀਂ ਬੈਠੇ। ਉਹ 'ਚ ਨਾ ਸਰੋਤਿਆਂ ਦੇ ਗੁਣ ਦੱਸੇ ਆ ਗੁਰੂ ਨਾਨਕ ਪ੍ਰਕਾਸ਼ ਵਿੱਚ। ਉਹ 'ਚ ਕੀ ਦੱਸਿਆ? ਕਹਿੰਦੇ ਵੀ ਕੀਰਤਨ ਚੱਲ ਰਿਹਾ ਸੀਗਾ, ਇੱਕ ਸਰੋਤਾ ਆਇਆ, ਆ ਕੇ ਬੈਠਾ, ਉੱਠ ਕੇ ਬਾਹਰ ਚਲ ਗਿਆ। ਬਾਹਰ ਜਾ ਕੇ ਕਹਿੰਦਾ ਵਾਹ ਕਿਆ ਤਰਜ ਵੱਜ ਰਹੀ ਹੈ। ਉਹ ਤਰਜ ਤੱਕ ਹੀ ਸੀਮਤ ਹੋ ਗਿਆ। ਦੂਸਰਾ ਆਇਆ, ਉਹ ਵੀ ਬੈਠਾ, ਵਾਹ ਕਿਆ ਪੇਟੀ ਵੱਜ ਰਹੀ ਸੀਗੀ, ਹਾਰਮੋਨੀਅਮ ਵੱਜ ਰਿਹਾ ਸੀ, ਹਾਰਮੋਨੀਅਮ ਕਿਆ ਵੱਜ ਰਿਹਾ ਸੀਗਾ। ਤੀਸਰਾ ਆਇਆ, ਤੀਸਰਾ ਵੀ ਆਇਆ, ਮੱਥਾ ਟੇਕਿਆ, ਅੱਗੇ ਆ ਕੇ ਬੈਠਾ ਤੇ ਬਾਹਰ ਜਾ ਕੇ ਕਹਿੰਦਾ ਦੇਖਿਆ ਤਬਲਾ ਕਿੱਦਾਂ ਵੱਜਦਾ ਪਿਆ ਸੀਗਾ, ਤਬਲੇ ਦੀ ਆਵਾਜ਼ ਕਿੱਦਾਂ ਆਉਂਦੀ ਪਈ ਸੀਗੀ। ਤੀਸਰੇ ਨੇ ਇਹ ਦੇਖਿਆ। ਚੌਥਾ ਆਇਆ, ਚੌਥੇ ਨੇ ਇਹ ਆ ਕੇ ਦੇਖਿਆ ਵੀ ਰਾਗ ਕਿਹੜਾ ਸੀਗਾ, ਕਿਹੜੇ ਰਾਗ ਦੇ ਵਿੱਚ ਉਹਨੂੰ ਰਾਗ ਤੇ ਰਾਗਨੀ ਦਾ ਕਿਆ ਰਾਗ ਗਾਇਆ ਬਾਬਾ ਜੀ ਨੇ, ਕਿਆ ਰਾਗ ਗਾਇਆ ਕੀਰਤਨੀਆਂ ਨੇ। ਬਸ ਇੱਥੇ ਤੱਕ। ਹੁਣ ਪੰਜਵਾਂ ਸਰੋਤਾ ਆਇਆ, ਪੰਜਵਾਂ ਸਰੋਤਾ ਆਇਆ, ਉਹਨੇ ਕੀਰਤਨ ਸੁਣਿਆ ਤੇ ਕੀਰਤਨ ਸੁਣ ਕੇ ਕਹਿੰਦਾ ਵਾਹ ਇਹ ਸ਼ਬਦ ਤੇ ਮੇਰੇ ਅੰਦਰ ਹੀ ਜਾ ਕੇ ਵਸ ਗਿਆ। ਬਸ ਆਹ ਫਰਕ ਹੈ। ਇਹ ਸਰੋਤਿਆਂ ਜੀ, ਸਰੋਤਿਆਂ ਦੀਆਂ ਕੁਆਲਿਟੀਆਂ ਜੀ ਮਹਾਰਾਜ ਉਹ ਦਸੀਆਂ ਗੁਰੂ ਨਾਨਕ ਪ੍ਰਕਾਸ਼ ਵਿੱਚ ਕਿ ਕੁਝ ਸਰੋਤੇ, 4 ਸਰੋਤੇ ਆਏ, ਉਹਨਾਂ ਨੂੰ ਇਹ ਨਹੀਂ ਪਤਾ ਕਿ ਸ਼ਬਦ ਕਿਹੜਾ ਗਾਇਆ, ਸ਼ਬਦ ਦਾ ਅਸਰ ਕੀ ਹੈ, ਸ਼ਬਦ ਸਾਡੇ ਤੇ ਅਸਰ ਕੀ ਕਰਦਾ, ਸ਼ਬਦ ਮੇਰੇ ਹਿਰਦੇ ਵਿੱਚ ਵਸਿਆ ਜਾਂ ਨਹੀਂ ਵਸਿਆ। ਉਹ ਬਾਹਰਲਾ ਪਾਸਾ ਹੀ ਦੇਖ ਕੇ ਤੇ ਜਿਹੜਾ ਸੀਗਾ ਉਹ ਉੱਥੋਂ ਚਲਾ ਗਿਆ। ਉਸ ਤੋਂ ਬਾਅਦ ਨਾ ਇੱਕ ਡਾਕਟਰ ਜਸਵੰਤ ਸਿੰਘ ਨੇਕੀ ਦੀ ਕਿਤਾਬ ਹੈ, ਕਿਤੇ ਮਿਲੇ ਤੇ ਪੜਿਓ, ਸਦਾ ਵਿਗਾਸ, ਮੇਰੇ ਕੋਲ ਪਈ ਹੈ। ਉਸ ਕਿਤਾਬ ਦੇ ਵਿੱਚ ਨਾ ਡਾਕਟਰ ਜਸਵੰਤ ਸਿੰਘ ਨੇਕੀ ਸਰੋਤਿਆਂ ਦੀ ਗੱਲ ਕਰਦੇ ਆ, ਸੁਣਨ ਦੀ ਗੱਲ ਕਰਦੇ ਆ। ਕਹਿੰਦੇ ਰਾਜਾ ਬਿਕਰਮਾਦਿੱਤਿਆ ਦਾ ਦਰਬਾਰ ਲੱਗਾ ਸੀਗਾ ਤੇ ਉਹਦੇ ਦਰਬਾਰ ਦੇ ਵਿੱਚ ਇੱਕ ਮੂਰਤ ਘਾੜਾ ਆਇਆ, ਮੂਰਤੀਆਂ ਬਣਾ ਕੇ ਲਿਆਇਆ। ਉਹ ਮੂਰਤੀਆਂ ਬਣਾ ਕੇ 3 ਲਿਆਇਆ, 3 ਮੂਰਤੀਆਂ ਦੀ ਇੱਕੋ ਸ਼ਕਲ, 3 ਮੂਰਤੀਆਂ ਦਾ ਇੱਕੋ ਹੀ ਰੰਗ, 3 ਮੂਰਤੀਆਂ ਦਾ ਇੱਕੋ ਹੀ ਭਾਰ, ਤੇ ਲੈ ਕੇ ਆ ਗਿਆ। ਤੇ ਜਦੋਂ ਲੈ ਕੇ ਆਇਆ ਤੇ ਉਹਨੇ ਰਾਜਾ ਬਿਕਰਮਾਦਿੱਤਿਆ ਨੂੰ ਕਿਹਾ ਰਾਜਨ ਇਹਨਾਂ ਮੂਰਤੀਆਂ ਦਾ ਵੱਖ-ਵੱਖ ਮੁੱਲ ਪਾਇਆ ਜਾਵੇ। ਰਾਜਾ ਬਿਕਰਮਾਦਿੱਤਿਆ ਨੇ ਦੇਖਿਆ, ਕਹਿੰਦੇ ਭਲਾ ਹੋ ਜੇ ਇੱਕੋ ਵਰਗੀਆਂ ਮੂਰਤੀਆਂ, ਇੱਕੋ ਹੀ ਰੰਗ, ਇੱਕੋ ਹੀ ਸ਼ਕਲ, ਇੱਕੋ ਹੀ ਭਾਰ, ਤੇ ਮੁੱਲ ਕਿਦਾਂ ਵੱਖ-ਵੱਖ। ਤੇ ਉਹਦੇ ਨਾਲ ਦਰਬਾਰ ਦੇ ਵਿੱਚ ਇੱਕ ਵਿਦਵਾਨ ਸੀ, ਉਹਦਾ ਨਾਮ ਸੀ ਕਾਲੀਦਾਸ। ਕਾਲੀਦਾਸ ਨੇ ਕਿਹਾ ਰਾਜਨ ਮੈਨੂੰ ਥੋੜਾ ਜਿਹਾ ਮੌਕਾ ਦਿੱਤਾ ਜਾਵੇ।
मैं देखदा इन्हां दे मुल वख-वख। इन्हें कहा ते इहदे पिछे कोई ना कोई सच्चाई होवेगी, क्योंकि राजे दे सामने आके कोई झूठ नहीं बोल सकदा, राजे नाल कोई मजाक नहीं कर सकदा। उन्हें कहा राजन, कालीदास ने कहा मैनू थोड़ा जिहा मौका दिता जावे कि मैं देखदा हाँ जो इन्हें गल कही है इहदे विच कोई ना कोई तां सच्चाई होवेगी। उन्हें की कीता जी, पहली मूर्ति लई ते एक उन्हें भारी दा तीला लिया, उन्हें मूर्ति दे कान च पाया। जदों उन्हें कान च पाया ते ओ तीला दूजे पासियों निकल गया। उन्हें इस तरीके की मूर्ति बनाई सी। उन्हें कहा राजन इस मूर्ति का कोई मुल नहीं हैगा, ये वो स्रोता है जिहड़ा संगत विच आउंदा, गल एक कान नाल सुनदा ते दूजे कान चों बाहर कढ दिंदा, इहदा कोई मुल नहीं। दूसरा स्रोता, उन्हें फिर दूसरा तीला लिया, वो दूसरी मूर्ति दे एक पासियों कान च पाया ते जदों उन्हें कान च पाया ते वो तीला मूँह दे विचों निकल गया। वो तीला मूँह दे विचों निकल गया। कहंदे इहदी एक दमड़ी कहंदे जिहड़ी है तू कीमत मोहर दे दे। कहंदे क्यों? कहंदे इन्हें थोड़ी जी गल अंदर तां लैके गया, लेकिन कहंदे ये मूँह दे नाल इन्हें बाहर कढ़ दिती, कुछ ना कुछ तां अंदर गया। इहदे कहंदे इहदी कीमत कहंदे एक दमड़ी दे दे। हुण तीजी जदों मूर्ति नूं देखण लगा ना, वो तीले पाई गया, लेकिन तीला कोई बाहर नहीं निकलिया, तीला कोई बाहर नहीं निकलिया। कहंदा इस मूर्ति दी कोई कीमत ही है नहीं, क्योंकि इहदे अंदर कन्ना दे राही जो कुछ भी जा रहा वो तुर इहदे हिरदे दे विच जा रहा, इहदी आत्मा दे विच जा रहा। साडी भी संगत दे विच स्रोतियां दे इहो ही हालात कुछ आउंदे हन, माफ करना जो हकीकत है मैं तुहानूं दस रहा। कुछ आउंदे हन, एक कन तो सुनदे हन, दूजे कन तो बाहर कढ दिंदे हन। कुछ आउंदे हन हिरदे दे विच बसाउंदे नहीं, लेकिन गुरुद्वारे तो बाहर जाके फट गल्लां दे विच वो सारा कुछ उन्हां दा गवाच गया। मैं तुहानूं एक बेनती करन लगा सी। तीसरे वो स्रोते हन ਜਿਹੜੇ ਸੁਣਦੇ ਹਨ और सुनी हुई गल नूं अपने हिरदे तक बसाउंदे हन। राजन ये जिहड़ी आखिरी मूर्ति है इसकी कीमत ही कोई नहीं है, तू जो इनू देना है दे दे। मैं बेनती करन लगा सी, ब्यास पिंड 4 कुछ साल पहला दास दी ना कथा सीगी 10 दिन लगातार, ते दास नूं विशा दिता गया सीगा भी गुरु अर्जुन देव जी महाराज तो लैके ते बाबा बंदा सिंह बहादुर तक शहीदां दे सिर्फ गल करनी है। गुरु अर्जन देव जी की गल करनी है, गुरु तेग बहादुर जी महाराज की गल करनी है, फिर उस तो बाद साहबजादियां दे गल, फिर उस तो बाद अगे चलदियां चलदियां बाबा बंदा सिंह बहादुर तक 10 दिन का समा सी। 6 कुछ दिन मैं उत्थे लगातार कथा की। कथा करन तो बाद एक दिन की वापरिया, संगत दे विचों एक बीबी उठी ते ओ कहंदी बाबा जी एक बेनती है। मैं कहा हुक्म करो। चलो सवाल आंदे मन च। कहंदी जिन्नी देर तक असी कथा सुनदे आ बड़ा आनंद बजदा, गल समझ आंदी है, पर की हुंदा कि जदों असी घर नूं जाने आ ते सारा कुछ भुल जांदा, सारा कुछ रह जाता। कारण की है? मैं क्या ये सवाल वैसे मैं तुहानूं भी करना सीगा। हुण देखो, मैं क्या तुसी घर दे विच सब्जी बनांदे हो ते जे सब्जी बना के पतीले दा मूँह नंगा रख दो ते ओदे विच कीड़े मकोड़े पै जांदे आ, छिपकली पै जांदी आ, होर जानवर पै जांदे आ। जे तुसी सब्जी दसो नंगी रखदे हो जां ढक के रखदे हो? नहीं बाबा जी, सब्जी तां ढक के रखी दी है, उन्होंने तां फ्रिज विच रखी दी है। ते मैं क्या इत्थे भी फिर जिहड़ा ना जो सुनिया है उन्होंने ढक के रखना। तुसी मैं क्या मैं देखदा गुरुद्वारे तो बाद विच बाहर निकलदे हो, जदों लंगर हुंदा लंगर दे विच साडीआं आवाज़ां वक-वक आउंदियां। जो असी सुनिया उन्नू जे हिरदे विच बसाउणा चाहुंदे आ ते सानू घट बोलना पेगा। जिन्हों महाराज कहते बहुता बोलन चखण होए आओ, जो अज दी पौड़ी महाराज सानू सुनन दी गल करदे आ। हुण इत्थे गल है सुनिया सिद्ध पीर सुर नाथ। बड़े ध्यान दे नाल ये पंक्ति सुनियो। सुनदे तुसी भी रोज, सुनदा मैं भी रोज हाँ, लेकिन असर क्यों नहीं हो रहा? असर क्यों नहीं हो रहा? एक गल विचारन वाली है। इत्थे एक सुनना है साध संगत जी बाहरी तौर पे, एक सुनना है अंदरूनी तौर पे।
बस इत्थे फर्क है। जदों असी गुरु दी गल जां होर घर दीयां गल्लां बाहरी तौर ते सुनांगे ना ते ओदे नाल साडे अंदर तब्दीली नहीं आवेगी। हुण इत्थे जदों भी आपां इहदे अर्थ कर रहे ना सुनन दे अर्थ करने हैं अंतर आत्मा द्वारा सुनिया होया, क्योंकि इत्थे महाराज बाहरी सुनन दी गल नहीं कर रहे। हुण क्योंकि हेठा पंक्ति होनी है, नानक भगतां सदा विगास सुनिया दुख पाप का। तुसी सवाल पैदा कर सकते हो भी सानू ते महीना हो गया, सानू ते सारी उम्र ही होगी, साडे दुख पाप तां गए नहीं। उत्थे फिर महाराज सानू ना सुनन दी महाराज सानू जुगती दसदे है कि सिखा तू सुनना किदां। महाराज कहंदे ये जिहड़ा नाम ना ये निर्मल है, ये निरंजन है, ते इस नाम नू कहंदे तू की करना, इस नाम नू तू अपने अंदर लैके जाना। बस आ गल दा ख्याल करना। उत्थे महाराज दा प्रमाण है, महाराज फरमाउंदे हन नाम निरंजन निर्मला, क्योंकि सुनना ते नाम ही है ना। नाम निरंजन निर्मला सुनिया सुख होई, सुनिया सुख होई। ये महाराज ने गारंटी देती है कि सुख मिलना है नाम सुनन दे नाल। लेकिन किद्दां मिलना? सुन सुन मन वसाई है, इत्थे रुकना पेगा। सुन सुन मन वसाई है, उस जो सुने होए नू तेनू अपने मन दे विच आत्मा दे विच वसाउणा पवेगा। बूझे जन कोई ते नाल ही महाराज ने कहता बैठी हुई संगत दे विचों कोई एक अद्धा ही है जिहड़ा सुन के इनू वसाउंदा, जिहड़ा सुन के इनू किद्दां जानी कि सुनना। इत्थे जिहड़ी महाराज गल सुनन दी गल करदे पे है ना, ये बाहरी सुनना नहीं, ये बिना कन्ना तो सुनन दी गल करदे पे। शायद आपां एक बारी गल कीती सीगी कि सानू रात नू आवाज़ां पैंदियां, जिन्हों महाराज कहंदे आ पिछों राती सदड़ा नाम खसम का ले, 3 बजे आवाज़ पैंदी सानू, पर वो इन्हां कन्नां नाल नहीं सुननी, ना ही इन्हां नाल सुनी जावेगी। उहदे साथ संगत जी आत्मा दी जिहड़े कंन ना, आत्मा दे जिहड़े कंन, मन दे जिहड़े कंन है, जिहड़े सानू दिखाई नहीं दिंदे, उन्हां दे नाल जदों सुनांगे फिर अमृत वेला सांभिया जावेगा। पिछों राती सदड़ा नाम खसम का ले, खेमे छत्र सरायचे दिसन रत पीड़े, जिन्नी तेरा नाम ते आया तिनको सद मिले, तिनको सद मिले। इत्थे महाराज कहंदे तेरे सुनन दे नाल सब कुछ हो जाएगा जो इस पौड़ी च लिखिया, पर नाल एक प्रमाण दे के जावा। महाराज फरमाउंदे नाम निरंजन निर्मला सुनिया सुख होई, सुन सुन मन वसाई है, सुन सुन मन वसाई है। बूझे जन कोई, बूझे जन कोई, कोई कोई जेड़ा हैगा वो इसनू अपने अंदर बसाउंदा। फिर जेड़ा अपने अंदर बसाउंदा ना ओदे सुनन नू महाराज कहंदे अंतर आत्मा तो सुनिया। इहदे असीं अर्थ करांगे सुनिया सिद्ध पीर सुरनाथ, जदों तू अपनी अंतर आत्मा तो सुनेगा, आत्मा द्वारा सुनिया होया, फिर तेनू सिद्ध पीर सुर ते नाथ ये 4 अवस्था तक तू उपर जावेगा। सिद्ध किनू किया गया? जेड़े साधना करके किसी जगह ते पहुंचे उन्होंने सिद्ध किया गया। ये बड़ी उच्चियां अवस्थावां। पीर मुसलमान धर्म दे विच, इस्लाम धर्म दे विच पीर जिहड़े है वो रब दे नाल ओत-पोत होए है, ये उन्हां नूं पीर किया गया। सुर, सुर दा अखरी अर्थ है देवते, ते नाथ दा अखरी अर्थ है जिहड़े नाथां दे मुखी है। महाराज कहंदे जदों तू अंतर आत्मा दे नाल सुनेगा ते फिर तेरी अवस्था सिद्ध, तेरी अवस्था पीर, तेरी अवस्था सुर ते तेरी अवस्था नाथ तक पहुंच जाएगा। तू तेनू इन्हां दे बारे पता लग जाएगा। अगे महाराज कहंदे सुनिया धरत धवल आकाश, आकाश कहना आकाश नहीं कह देना,
ਐੜੇ ਨੂੰ ਕੰਨਾ ਲੱਗਾ। ਕਹਿੰਦੇ ਜਦੋਂ ਤੂੰ ਅੰਤਰ ਆਤਮਾ ਦੇ ਨਾਲ ਸੁਣੇਗਾ ਤੈਨੂੰ ਧਰਤੀ ਦੇ ਉਹ ਗੱਲਾਂ, ਧਰਤੀ ਦੇ ਬਾਰੇ ਉਹ ਗੱਲਾਂ ਜਿਨ੍ਹਾਂ ਦੇ ਬਾਰੇ ਤੂੰ ਕਦੀ ਸੁਣ ਵੀ ਨਹੀਂ ਸਕਦਾ, ਤੈਨੂੰ ਉਹਨਾਂ ਦੇ ਬਾਰੇ ਪਤਾ ਲੱਗ ਜਾਵੇਗਾ। ਸੁਣਿਆ ਧਰਤ ਧਵਲ, ਧਵਲ ਮੰਨਿਆ ਗਿਆ ਧਰਤੀ ਦੇ ਹੇਠਾਂ ਇੱਕ ਬਲਦ ਹੈ ਜੀ, ਜਿਹਨੇ ਧਰਤੀ ਨੂੰ ਚੱਕਿਆ ਹੋਇਆ, ਜਿਹਨੇ ਧਰਤੀ ਨੂੰ ਚੱਕਿਆ ਹੋਇਆ। ਧਰਤ ਧਵਲ ਆਕਾਸ਼, ਆਕਾਸ਼ ਦਾ ਅਖਰੀ ਅਰਥ ਆਕਾਸ਼ ਤੋਂ ਪਤਾ ਹੀ ਹੈ। ਧਵਲ ਦੇ ਅਰਥ ਹੋਰ ਕੀਤੇ ਆ ਵਿਦਵਾਨਾਂ ਨੇ, ਉਹ ਕੀਤੇ ਹੈ ਜਿਸ ਤਰ੍ਹਾਂ ਧਰਤੀ ਤਾਂ ਇੱਕ ਹੈ, ਧਰਤੀ ਦੇ ਹੇਠਾਂ ਵਾਲਾ ਪਾਸਾ ਤੇ ਆਕਾਸ਼, ਤਿੰਨ ਭਵਨਾਂ ਦੀ ਗੱਲ ਕੀਤੀ ਹੈ। ਸੁਣਿਆ ਧਰਤ ਧਵਲ ਆਕਾਸ਼। ਮਹਾਰਾਜ ਕਹਿੰਦੇ ਸੁਣਿਆ ਦੀਪ ਲੋਆ, ਲੋਆ ਐੜਾ ਲੱਗਾ ਪਿੱਛੇ ਸਾਧ ਸੰਗਤ ਜੀ। ਸੁਣਿਆ ਦੀਪ, ਦੀਪ ਜਿਹੜੇ 7 ਦੀਪ ਹੈਗੇ ਆ। ਹਿੰਦੂ ਸ਼ਾਸਤਰਾਂ ਨੇ ਪੂਰੇ ਬ੍ਰਹਿਮੰਡ ਨੂੰ 7 ਦੀਪਾਂ ਦੇ ਵਿੱਚ ਵੰਡਿਆ, ਤੇ ਇਹ ਵੈਸੇ ਵਿਗਿਆਨੀਆਂ ਨੇ ਵੀ ਜਿਹੜੇ 7 ਦੀਪ ਹੈ ਉਹ ਮੰਨਿਆ, ਜਿਹਨੂੰ ਮਹਾਦੀਪ ਕਹਿੰਦੇ ਆਪਾਂ, ਉਹਨਾਂ 'ਚ ਵੰਡਿਆ। ਸੁਣਿਆ ਦੀਪ ਲੋਆ। ਮੁਸਲਮਾਨ ਧਰਮ ਨੇ 14 ਲੋਕ ਮੰਨੇ ਆ, ਲੇਕਿਨ ਮਹਾਰਾਜ ਗੁਰੂ ਨਾਨਕ ਦੇਵ ਜੀ ਅੱਗੇ ਜਾ ਕੇ ਕਹਿਣਗੇ ਪਾਤਾਲਾਂ ਪਾਤਾਲ ਲੱਖ ਆਗਾਸਾਂ। ਮੈਂ ਕਹਿੰਦਾ ਹੁੰਦਾ ਇਹ ਆਪਣੀ ਆਪਣੀ ਉਡਾਰੀ ਹੈ ਜੀ, ਉਹ 14 ਤੱਕ ਹੀ ਸੀਮਤ ਹੈ। ਹਿੰਦੂ ਧਰਮ 7 ਲੋਕ ਤੇ 7 ਪਰਲੋਕ ਦੀਆਂ ਗੱਲਾਂ ਕਰਦਾ, 7 ਤੱਕ ਸੀਮਤ ਹੈ। ਲੇਕਿਨ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਤੁਸੀਂ ਰੱਬ ਦੀ ਕੀਤੀ ਨੂੰ ਕਿੱਦਾਂ ਅੰਤ ਪਾ ਸਕਦੇ ਹੋ? ਉਹ ਤੇ ਪਾਤਾਲਾਂ ਪਾਤਾਲ ਲੱਖ ਆਗਾਸਾਂ, ਆਗਾਸ ਇਹ ਆਪਣੀ ਆਪਣੀ ਉਡਾਰੀ ਹੈ। ਦੀਪ ਲੋਹ ਪਾਤਾਲ, ਇਹਨਾਂ ਦੇ ਬਾਰੇ ਤੈਨੂੰ ਪਾਤਾਲ ਧਰਤੀ ਦੇ ਹੇਠਲਾ ਵਾਲਾ ਪਾਸਾ, ਇਹਦੇ ਬਾਰੇ ਤੈਨੂੰ ਕਹਿੰਦੇ ਪਤਾ ਲੱਗ ਜਾਵੇਗਾ, ਇਹਨਾਂ ਦੇ ਬਾਰੇ ਤੈਨੂੰ ਗਿਆਨ ਹੋ ਜਾਵੇਗਾ ਜਦੋਂ ਅੰਤਰ ਜਾਂ ਆਤਮਾ ਦੇ ਨਾਲ ਤੂੰ ਸੁਣੇਗਾ। ਸੁਣਿਆ ਪੋਹ ਨਾ ਸਕੈ ਕਾਲ, ਪੋਹ ਨਾ ਸਕੈ ਕਾਲ। ਪੋਹ ਦਾ ਮਤਲਬ ਹੈ ਤੈਨੂੰ ਛੂਹਣਾ, ਕਾਲ ਦਾ ਅਖਰੀ ਅਰਥ ਹੈ ਮੌਤ, ਜਮ। ਇਹ ਤੇਰੇ ਨਜ਼ਦੀਕ ਨਹੀਂ ਆ ਸਕਣਗੇ ਜਦੋਂ ਤੂੰ ਅੰਤਰ ਆਤਮਾ ਦੇ ਨਾਲ ਸੁਣੇਗਾ। ਕਹਿਣ ਦਾ ਮਤਲਬ ਸਵਾਲ ਪੈਦਾ ਹੋ ਗਿਆ ਕਿ ਬੰਦੇ ਦੀ ਮੌਤ ਨਹੀਂ ਹੋਵੇਗੀ। ਸਾਧ ਸੰਗਤ ਜੀ ਮੌਤ ਤਾਂ ਹੋਵੇਗੀ, ਪਰ ਉਹ ਮੌਤ ਨੂੰ ਵੀ ਜ਼ਿੰਦਗੀ ਕਰਕੇ ਆਨੰਦ ਵਿੱਚ ਲੈ ਕੇ ਜਾਵੇਗਾ, ਉਹ ਡਰੇਗਾ ਨਹੀਂ ਉਹਦੇ ਅੰਦਰੋਂ। ਇੱਥੇ ਆਪਾਂ ਇਹਦੇ ਅਰਥ ਇਹ ਕਰ ਲਈਏ ਵੀ ਤੈਨੂੰ ਮੌਤ ਦਾ ਡਰ ਜਿਹੜਾ ਉਹ ਤੇਰੇ ਨਜ਼ਦੀਕ ਨਹੀਂ ਆ ਸਕੇਗਾ। ਤੇਰੇ ਸਰੀਰ ਤੋਂ ਆਰਾ ਵੀ ਚੱਲ ਰਿਹਾ, ਤੂੰ ਤਾਂ ਵੀ ਜਪਜੀ ਦੇ ਨਾਲ ਜੁੜਿਆ ਹੋਇਆ। ਤੈਨੂੰ ਉਬਲਦੀ ਦੇਗ ਦੇ ਵਿੱਚ ਵੀ ਉਬਾਲਿਆ ਗਿਆ ਤਾਂ ਵੀ ਜਪਜੀ ਸਾਹਿਬ। ਤੇਰੇ ਆਸੇ ਪਾਸੇ ਰੂਹ ਨਾਲ ਲਪੇਟ ਕੇ ਅੱਗ ਲਾਈ ਗਈ ਤੇਰੇ ਸਰੀਰ ਨੂੰ ਤਾਂ ਵੀ ਜਪਜੀ ਸਾਹਿਬ। ਸੁਣਿਆ ਪੋਹ ਨਾ ਸਕੈ ਕਾਲ, ਅੰਤਰ ਆਤਮਾ ਤੋਂ ਬਾਹਰੀ ਕੰਨਾਂ ਦੀ ਗੱਲ ਇਹ ਚ ਮਹਾਰਾਜ ਨਹੀਂ ਕਰ ਰਹੇ। ਫਿਰ ਮਹਾਰਾਜ ਫਰਮਾਉਂਦੇ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਭਗਤਾ। ਭਗਤਾਂ ਜਿਆਦੇ ਭਗਤਾਂ ਦੀ ਗੱਲ ਕੀਤੀ ਹੈ, ਬਹੁ ਵਚਨ ਹੈ। ਇੱਥੇ ਅਸੀਂ ਜਦੋਂ ਪੜ੍ਹਨਾ ਤੇ ਅਸੀਂ ਬਿੰਦੀ ਲਗਾ ਸਕਦੇ ਹਾਂ ਕਿਉਂਕਿ ਜਿਆਦਾ ਭਗਤਾਂ ਦੀ ਗੱਲ ਕੀਤੀ ਹੈ। ਹੁਣ ਭਗਤ ਸ਼ਬਦ ਨੂੰ ਆਪਾਂ ਥੋੜਾ ਜਿਹਾ ਦੇਖ ਲਈਏ। ਭਗਤ ਦੀ ਪਰਿਭਾਸ਼ਾ ਕੀ ਹੈ? ਬਾਬਾ ਫਰੀਦ ਜੀ ਦਾ ਇੱਕ ਬਚਨ ਹੈ ਜੀ, ਮਤ ਹੁੰਦੀ ਹੋਏ ਇਆਨਾ। ਬੜਾ ਸਿਆਣਾ ਹੈ, ਬੜਾ ਗਿਆਨ ਹੈ, ਪਰ ਜਦੋਂ ਗੁਰੂ ਦੇ ਸਾਹਮਣੇ ਆਉਂਦਾ ਤੇ ਕਹਿੰਦੇ ਗੁਰੂ ਸਾਹਿਬ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਇਆਨਾ ਮਤ ਹੁੰਦੀ ਹੋਏ ਮਤਲਬ ਕਿ ਗਿਆਨ ਦਾ ਹੰਕਾਰ ਨਹੀਂ, ਮਤ ਹੁੰਦੀ ਹੋਏ ਇਆਨਾ, ਤਾਣ ਹੁੰਦੇ ਹੋਏ ਨਿਤਾਣਾ। ਤਾਕਤ ਹੈ ਲੇਕਿਨ ਗੁਰੂ ਦੇ ਸਾਹਮਣੇ ਆ ਕੇ ਨਿਤਾਣਾ, ਮੇਰੇ ਕੋਲ ਕੁਛ ਵੀ ਨਹੀਂ ਹੈ। ਮਤ ਹੁੰਦੀ ਹੋਏ ਇਆਨਾ, ਤਾਨ ਹੁੰਦੇ ਹੋਏ ਨਿਤਾਣਾ। ਅਨ ਹੁੰਦਾ ਆਪ ਵੰਡਾਏ, ਅਨ ਹੁੰਦਾ ਜੇਬ ਦੇ ਵਿੱਚ ਕੱਖ ਵੀ ਨਹੀਂ ਹੈਗਾ, ਜੋ ਕੁਛ ਹੈਗਾ ਕੋਈ ਮੰਗਣ ਆ ਗਿਆ ਗਰੀਬ, ਰੋਟੀ ਖਾਣ ਲੱਗਾ, ਉਹ ਕਹਿੰਦਾ ਮੈਂ 10 ਦਿਨਾਂ ਦਾ ਭੁੱਖਾ, ਤੇ ਜਿਹੜਾ ਖਾ ਰਿਹਾ ਸੀ ਕਹਿੰਦਾ ਮੈਂ 5 ਦਿਨਾਂ ਦਾ ਭੁੱਖਾ, ਪਰ ਮੇਰੇ ਕੋਲ ਅੱਧੀ ਰੋਟੀ ਹੈ। ਕਹਿੰਦੇ ਏਦਾਂ ਕਰ ਪਹਿਲਾਂ ਤੂੰ ਛਕ ਲੈ, ਮੈਂ ਬਾਅਦ ਵਿੱਚ ਛਕਾਂਗਾ। ਅਨ ਹੁੰਦਾ ਆਪ
वंडाए को ऐसा भगत कहाए आ है भगत। ਇਹ ਭਗਤ ਦੇ ਗੁਣ ਦੱਸੇ ਆ ਬਾਬਾ ਫਰੀਦ ਜੀ ਨੇ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਨ ਹੁੰਦਾ ਆਪ ਵੰਡਾਏ ਕੋ ਐਸਾ ਭਗਤ ਕਹਾਏ। ਇੱਕ ਹੋਰ ਪ੍ਰਮਾਣ ਦੇ ਦਿਆ, ਭਗਤਾਂ ਕੀ ਚਾਲ ਨਿਰਾਲੀ। ਉਹ ਭੀੜਾਂ ਦੇ ਵਿੱਚ ਨਹੀਂ ਵੜਦੇ। ਸਾਧ ਸੰਗਤ ਜੀ, ਇੱਕ ਮੈਂ ਆਪ ਜੀ ਨਾਲ ਗੱਲ ਸਾਂਝੀ ਕਰਾਂ। ਅਸੀਂ ਆਮ ਤੌਰ ਤੇ ਕਹਿ ਦਿੰਨੇ ਆ ਗੁਰਦੁਆਰੇ ਜਾਂ ਦਰਬਾਰ ਸਾਹਿਬ ਅੱਜ ਬੜਾ ਰਸ਼ ਸੀਗਾ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਗੁਰਦੁਆਰਿਆਂ ਦੇ ਵਿੱਚ ਰਸ਼ ਨਹੀਂ ਹੁੰਦਾ, ਗੁਰਦੁਆਰਿਆਂ ਦੇ ਵਿੱਚ ਭੀੜਾਂ ਨਹੀਂ ਹੁੰਦੀਆਂ, ਧਰਮ ਅਸਥਾਨਾਂ ਤੇ ਭੀੜਾਂ ਨਹੀਂ ਹੁੰਦੀਆਂ। ਇਹ ਕਿਆ ਕਰੀਏ, ਅੱਜ ਸੰਗਤ ਦਾ ਹੜ ਆਇਆ ਸੀਗਾ। ਸੰਗਤ ਸ਼ਬਦ ਵਰਤੀ ਉੱਥੇ, ਭੀੜਾਂ ਹੁੰਦੀਆਂ ਉੱਥੇ ਜਿੱਥੇ ਗੁਰੂ ਦੀ ਗੱਲ ਨਹੀਂ ਕੀਤੀ ਜਾਂਦੀ। ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ, ਜਿੱਥੇ ਇੱਕ ਨਾਮ ਦੀ ਗੱਲ ਕੀਤੀ ਗਈ ਹੈ, ਜਿਹੜੀ ਲੁਕਾਈ ਉੱਥੇ ਗਈ ਹੈ, ਉਹ ਭੀੜ ਨਹੀਂ, ਉਹ ਸਤ ਸੰਗਤ ਹੈ। ਅਸੀਂ ਗੁਰਦੁਆਰੇ ਵੀ ਅੱਜ ਸੰਗਤ ਬਹੁਤ ਆਈ ਤੇ ਬਾਹਰ ਨਿਕਲ ਕੇ ਨਹੀਂ ਪਤਾ ਸਾਨੂੰ ਨਾ ਭਾਸ਼ਾ ਦਾ, ਅਸੀਂ ਕਹਿੰਦੇ ਬੜੀ ਭੀੜ ਸੀ ਅੱਜ ਗੁਰਦੁਆਰੇ ਵੀ, ਅੱਜ ਬੜਾ ਰਸ਼ ਸੀਗਾ। ਮਾਫ ਕਰਨਾ, ਗੁਰਦੁਆਰਿਆਂ ਦੇ ਵਿੱਚ, ਧਾਰਮਿਕ ਅਸਥਾਨਾਂ ਦੇ ਵਿੱਚ ਭੀੜ ਤੇ ਰਸ਼ ਨਹੀਂ ਹੋਇਆ ਕਰਦਾ, ਕਿਉਂਕਿ ਇਸ ਗੁਰਦੁਆਰੇ ਦੇ ਵਿੱਚ ਚਾਹੇ ਪਿੰਡ ਦਾ ਗੁਰਦੁਆਰਾ, ਚਾਹੇ ਸ਼ਹਿਰ ਦਾ ਗੁਰਦੁਆਰਾ, ਚਾਹੇ ਧਾਰਮਿਕ ਅਸਥਾਨ ਹੈ, ਗੱਲ ਤਾਂ ਇੱਥੇ ਇੱਕ ਦੀ ਹੋ ਰਹੀ ਹੈ। ਤੇ ਮਹਾਰਾਜ ਕਹਿੰਦੇ ਆ ਸਤ ਸੰਗਤ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਵਖਾਣੀਆਂ। ਜਿਸ ਜਗ੍ਹਾ ਤੇ ਇੱਕ ਦੀ ਗੱਲ ਕੀਤੀ ਜਾਂਦੀ ਹੈ ਉਹ ਸਤ ਸੰਗਤ ਹੈ, ਉਹ ਭੀੜ ਨਹੀਂ ਹੈ। ਹਾਂ, ਆ ਰੈਲੀਆਂ ਦੇ ਵਿੱਚ ਭੀੜ ਹੋ ਸਕਦੀ ਹੈ, ਆ ਰੈਲੀਆਂ ਦੇ ਵਿੱਚ ਭੀੜ ਹੋ ਸਕਦੀ ਹੈ, ਰੈਲੀਆਂ ਦੇ ਵਿੱਚ ਰਸ਼ ਹੋ ਸਕਦਾ ਹੈ, ਕਿਉਂਕਿ ਉਹਨਾਂ ਨੂੰ ਆਪਣੇ ਮਤਲਬ ਤੱਕ ਗਰਜ ਹੈ, ਉਹਨਾਂ ਨੂੰ ਧਰਮ ਦੇ ਨਾਲ ਕੋਈ ਉਹਨਾਂ ਦਾ ਲੈਣਾ ਦੇਣਾ ਨਹੀਂ ਹੈ। ਮਹਾਰਾਜ ਫਰਮਾਉਂਦੇ ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ। ਮਹਾਰਾਜ ਫਰਮਾਉਂਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾਨ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਬਿਖਮ ਮਾਰਗ ਨਾਨਕ ਭਗਤਾਂ ਸਦਾ ਵਿਕਾਸ। ਉਹਨਾਂ ਦੇ ਅੰਦਰ ਹਮੇਸ਼ਾ ਹੀ ਬਣਿਆ ਰਹਿੰਦਾ ਖੇੜਾ, ਉਹ ਕਦੀ ਵੀ। ਇੱਕ ਮੈਂ ਬੇਨਤੀ ਹੋਰ ਕਰਾਂ, ਇਸ ਜ਼ਮੀਨ ਦੇ ਉੱਪਰ ਕੁਛ ਵੀ ਹੋ ਰਿਹਾ, ਚਾਹੇ ਦੁੱਖ ਹੈ, ਚਾਹੇ ਸੁੱਖ ਹੈ, ਚਾਹੇ ਕਤਲੇਆਮ ਹੋ ਰਿਹਾ, ਕੁਛ ਵੀ ਹੋ ਰਿਹਾ, ਪਰਮਾਤਮਾ ਆਪਣਾ ਆਸਣ ਲਾ ਕੇ ਬੈਠਾ, ਉਹਨੂੰ ਕੁਛ ਨਹੀਂ ਹੋ ਰਿਹਾ। ਇਸੇ ਤਰ੍ਹਾਂ ਜਿਹੜੇ ਉਹਦੇ ਭਗਤ ਹੈ, ਜਦੋਂ ਉਹਨਾਂ ਦੀ ਸੁਰਤ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਦੀ ਹੈ, ਉਹ ਜਿਹੜੇ ਭਗਤ ਜਦੋਂ ਉਹਨਾਂ ਦੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੁੜਦੀ ਹੈ, ਉਹ ਭਗਤਾਂ ਦਾ ਸਰੀਰ ਤਾਂ ਇਸ ਧਰਤੀ ਤੇ ਹੈ, ਲੇਕਿਨ ਸੁਰਤ ਉਹਨਾਂ ਦੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਨ ਕਰਕੇ ਇਸ ਧਰਤੀ ਤੇ ਕੁਛ ਵੀ ਹੋ ਰਿਹਾ, ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ। ਸੁਰਤ ਦੀ ਉਡਾਰੀ। ਇਸੇ ਲਈ ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ, ਭਗਤ ਕਹਿ ਦਿੰਨੇ ਆ। ਚਲੋ ਭਗਤ ਸ਼ਬਦ ਦੇ ਵੀ ਅਰਥ ਕਰ ਲਈਏ, 3 ਅੱਖਰਾਂ ਦੇ ਮੇਲ ਤੋਂ ਬਣਿਆ ਭੱਬਾ, ਗੱਗਾ ਤੇ ਤੱਤਾ, ਇਹੋ ਹੀ ਆ ਨਾ ਜੀ। ਭੱਬੇ ਦਾ ਆਖਰੀ ਅਰਥ ਕੀ ਹੈ? ਭੱਬੇ ਦਾ ਆਖਰੀ ਅਰਥ ਹੈ ਜਿਹਦੇ ਅੰਦਰ ਪਰਮਾਤਮਾ ਦਾ ਡਰ ਹੈ ਤੇ ਪਰਮਾਤਮਾ ਦਾ ਪਿਆਰ ਹੈ। ਭਉ ਤੇ ਭਾਉ, ਭਾਉ ਮੈਨੇ ਡਰ, ਤੇ ਭਾਉ ਦੇ ਭੱਬੇ ਦੇ ਪਿੱਛੇ ਲਾ ਦੋਗੇ ਕੰਨਾਂ ਤੇ ਬਣ ਜਾਊਗਾ ਭਾਉ। ਪਰਮਾਤਮਾ ਦਾ ਨਿਰਮਲ ਡਰ ਤੇ ਉਸ ਪਰਮਾਤਮਾ ਦਾ ਪਿਆਰ, ਪਹਿਲੇ ਭੱਬੇ ਦਾ ਇਹ ਅਰਥ ਹੈ ਜੀ। ਗੱਗੇ ਦਾ ਅਰਥ ਹੈ ਉਹਦੇ ਕੋਲ ਦੁਨਿਆਵੀ ਗਿਆਨ ਨਹੀਂ, ਉਹਦੇ ਕੋਲ ਰੂਹਾਨੀਅਤ ਵਾਲਾ ਗਿਆਨ ਹੈ। ਠੀਕ ਹੈ ਜੀ, ਕਿਉਂਕਿ ਇਸ ਪੌੜੀ ਦੇ ਵਿੱਚ ਰੂਹਾਨੀਅਤ ਦੇ ਗਿਆਨ ਦੀ ਗੱਲ ਹੋ ਰਹੀ ਹੈ। ਤਾਂ ਹੀ ਕਿਹਾ ਨਾ, ਭਗਤ ਨੂੰ ਸਾਰਾ ਪਤਾ ਕਿ ਸਿੱਧ ਕੌਣ ਹੈ, ਪੀਰ ਕੌਣ ਹੈ, ਸੁਰ ਕੌਣ ਹੈ, ਨਾਥ ਕੌਣ ਹੈ। ਭਗਤ ਨੂੰ ਪਤਾ ਹੈ ਧਰਤ ਧਵਲ ਆਕਾਸ਼, ਭਗਤ ਦੇ ਲਾਗੇ ਮੌਤ ਦਾ ਕੋਈ ਡਰ ਨਹੀਂ ਆ ਸਕਦਾ। ਭੱਬੇ ਦਾ ਆਖਰੀ ਅਰਥ ਹੈ ਉਹਦੇ ਅੰਦਰ ਪਰਮਾਤਮਾ ਦਾ ਭਾਉ ਤੇ ਪਰਮਾਤਮਾ ਲਈ ਭਾਉ।
ਗੱਗੇ ਦਾ ਅਖਰੀ ਅਰਥ ਹੈ ਦੁਨਿਆਵੀ ਗਿਆਨ ਨੂੰ ਛੱਡ ਕੇ ਉਹਦੇ ਕੋਲ ਰੂਹਾਨੀਅਤ ਦਾ ਗਿਆਨ। ਤੇ ਤੱਤੇ ਦਾ ਅਖਰੀ ਅਰਥ ਕੀ ਹੈ ਜੀ? ਉਹਦੇ ਅੰਦਰ ਸਭ ਤੋਂ ਵੱਡਾ ਗੁਣ ਉਹ ਹੈ ਤਿਆਗ ਦਾ ਗੁਣ। ਉਹ ਹੈ ਤਿਆਗ ਦਾ ਗੁਣ। ਉਹਨੇ ਨਹੀਂ ਕੋਠੀਆਂ ਪਾਉਣੀਆਂ, ਉਹਨੇ ਨਹੀਂ ਪੈਸਾ ਇਕੱਠਾ ਕਰਨਾ, ਉਹਨੇ ਨਹੀਂ ਬੈਂਕ ਵਿੱਚ ਐਫਡੀਆਂ ਕਰਨੀਆਂ, ਉਹਦੇ ਅੰਦਰ ਤਿਆਗ ਹੈ। ਜਿਹਨੂੰ ਮਹਾਰਾਜ ਗੁਰੂ ਤੇਗ ਬਹਾਦਰ ਜੀ ਪਹਿਲਾ ਸ਼ਬਦ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ। ਉਹਨਾਂ ਨੇ ਇਹ ਚੀਜ਼ਾਂ ਨੂੰ ਤਿਆਗਿਆ ਹੋਇਆ। ਮਹਾਰਾਜ ਫਰਮਾਉਂਦੇ ਨਾਨਕ ਭਗਤਾਂ ਸਦਾ ਵਿਗਾਸ। ਉਹਨਾਂ ਦੇ ਅੰਦਰ ਹਮੇਸ਼ਾ ਹੀ ਖੇੜਾ ਹੈ, ਉਹਨਾਂ ਦੇ ਅੰਦਰ ਹਮੇਸ਼ਾ ਹੀ ਖੁਸ਼ੀ ਹੈ, ਉਹਨਾਂ ਦੇ ਅੰਦਰ ਹਮੇਸ਼ਾ ਹੀ ਆਨੰਦ ਹੈ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਦੁੱਖਾਂ ਦਾ ਤੇ ਪਾਪਾਂ ਦਾ ਨਾਸ। ਮੈਂ ਨਾ ਅੱਜ ਤੋਂ 7 ਕੁ ਸਾਲ ਪਹਿਲਾਂ ਇੱਕ ਚੈਨਲ ਤੇ ਇੰਨੀ ਕੁ ਪੰਕਤੀ ਦੇ 1.5 ਘੰਟਾ ਕਥਾ ਕੀਤੀ ਸੀ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਉਹ ਯੂਕੇ ਦਾ ਚੈਨਲ ਸੀਗਾ। 1.5 ਘੰਟਾ ਸਿਰਫ ਇਹਨਾਂ 2 ਪੰਕਤੀਆਂ ਤੇ ਲਾਇਆ ਸੀਗਾ। ਸੁਣਨਾ ਕੀ ਹੈ ਤੇ ਕਿਸ ਤਰੀਕੇ ਨਾਲ ਦੁੱਖ ਤੇ ਪਾਪ ਜਿਹੜੇ ਅੰਦਰੋਂ ਜਿਹੜੇ ਆ ਉਹ ਕੱਟੇ ਜਾਂਦੇ ਆ। ਕੱਲ ਆਪਾਂ ਇਹ ਤੋਂ ਅੱਗੇ ਅਗਲੀਆਂ ਪੌੜੀਆਂ ਦਾ ਵਿਸਥਾਰ ਕਰਾਂਗੇ। ਇਸੇ ਨੂੰ ਪਹਿਲਾਂ ਆਪਾਂ ਸੁਣਿਆ ਦੁੱਖ ਪਾਪ ਕਾ ਨਾਸ ਨੂੰ ਥੋੜਾ ਜਿਹਾ ਖੋਲਣ ਦੀ ਕੋਸ਼ਿਸ਼ ਕਰਾਂਗੇ। ਇੰਨੀਆਂ ਕੋ ਬੇਨਤੀਆਂ ਹੁਣ ਤੱਕ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ